बहुत बहुत स्वागत है। मेरा नाम है गगनदीप कौर। मेरे ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਦੇ ਵਿੱਚ ਮੈਂ ਆਪਣਾ ਹੁਣ ਤੱਕ ਦਾ ਕੈਨੇਡਾ ਦੇ ਵਿੱਚ ਜਿਹੜਾ ਜੌਬ ਐਕਸਪੀਰੀਅੰਸ ਆ ਉਹ ਸ਼ੇਅਰ ਕਰਨਾ ਚਾਹੂੰਗੀ। ਥੋੜੀ ਜਿਹੀ ਇਮੋਸ਼ਨਲ ਵੀਡੀਓ ਆ। ਬਹੁਤ ਸਟਰਗਲ ਕੀਤੀ ਆ ਹੁਣ ਤੱਕ ਕੈਨੇਡਾ ਦੇ ਵਿੱਚ। ਕਰੰਟਲੀ ਮੈਂ ਫਾਰਮੇਸੀ ਮੈਨੇਜਰ ਕੰਮ ਕਰ ਰਹੀ ਹਾਂ ਇੱਕ ਫਾਰਮੇਸੀ ਦੇ ਵਿੱਚ। ਤੇ ਚਲੋ ਸ਼ੁਰੂ ਕਰਦੇ ਹਾਂ ਸ਼ੁਰੂ ਤੋਂ। ਮੈਂ ਜਦੋਂ ਕੈਨੇਡਾ ਦੇ ਵਿੱਚ ਆਈ ਸੀਗੀ 2011 ਦਸੰਬਰ ਦੇ ਵਿੱਚ ਤੇ ਮੇਰਾ ਜਨਵਰੀ ਇਨਟੇਕ ਸੀਗਾ। ਉਸ ਟਾਈਮ ਤੇ ਕੁਝ ਵੀ ਪਤਾ ਨਹੀਂ ਸੀ, ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ। ਫੈਮਿਲੀ ਦੇ ਵਿੱਚੋਂ ਕੋਈ ਵੀ ਸਟੱਡੀ ਵੀਜ਼ੇ ਤੇ ਉਦੋਂ ਤੱਕ ਨਹੀਂ ਆਇਆ ਹੋਇਆ ਸੀਗਾ। ਆਪਦਾ ਰਸਤਾ ਖੁਦ ਹੀ ਬਣਾਇਆ। ਜਿੰਨੀ ਕਿ ਇਨਫੋਰਮੇਸ਼ਨ ਪਤਾ ਚੱਲੀ ਗਈ ਉਸ ਹਿਸਾਬ ਨਾਲ ਆਪਦਾ ਕਰੀਏ। ਪਹਿਲੀ ਜਿਹੜੀ ਜੌਬ ਸੀਗੀ ਉਹ ਇੰਡੀਅਨ ਰੈਸਟੋਰੈਂਟ ਦੇ ਵਿੱਚ ਹੀ ਮਿਲੀ ਸੀਗੀ ਤੇ ਪਹਿਲੇ 6 ਮਹੀਨੇ ਤਾਂ ਮੈਨੂੰ ਕੋਈ ਜੌਬ ਨਹੀਂ ਮਿਲੀ। ਜੂਨ ਤੱਕ ਘਰ ਦੇ ਖਰਚਾ ਭੇਜਦੇ ਰਹੇ। ਤੇ ਕਈ ਵਾਰ ਆਪਾਂ ਨੂੰ ਇਹ ਹੁੰਦਾ ਕਿ ਜਦੋਂ ਆਪਾਂ ਇੱਥੇ ਫੈਮਿਲੀ ਤੋਂ ਦੂਰ ਹੁੰਦੇ ਇੱਕ ਤਾਂ ਪਹਿਲਾਂ ਆਪਣਾ ਦਿਲ ਨਹੀਂ ਲੱਗਦਾ ਤੇ ਦੂਸਰਾ ਇਹ ਹੁੰਦਾ ਕਿ ਜੇ ਆਪਾਂ ਕਿਸੇ ਸਟਰਗਲ ਦੇ ਥਰੂ ਜਾ ਰਹੇ ਆ ਆਪਾਂ ਫੈਮਿਲੀ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ ਕਿਉਂਕਿ ਆਪਾਂ ਨੂੰ ਇਹ ਹੁੰਦਾ ਕਿ ਉਹ ਸਾਨੂੰ ਦੇਖ ਨਹੀਂ ਰਹੇ ਹੈਗੇ। ਉਹਨਾਂ ਨੂੰ ਬਹੁਤ ਜ਼ਿਆਦਾ ਬੈਡ ਫੀਲ ਹੋਣਾ, ਉਹਨਾਂ ਨੂੰ ਪਤਾ ਨਹੀਂ ਇਹ ਹੋਣਾ ਕਿ ਪਤਾ ਨਹੀਂ ਕੀ ਹੋ ਗਿਆ ਰਾਈਟ। ਤੇ ਜਿਹੜੀ ਵੀ ਸਟਰਗਲ ਚੱਲ ਰਹੀ ਸੀਗੀ ਉਹ ਕਦੇ ਆਪਣੇ ਕੋਲ ਹੀ ਰੱਖੀ ਆ, ਜ਼ਿਆਦਾ ਸ਼ੇਅਰ ਨਹੀਂ ਕੀਤੀ ਹੈਗੀ ਕਿਉਂਕਿ ਫੈਮਿਲੀ ਨੂੰ ਬਹੁਤ ਬੁਰਾ ਫੀਲ ਹੁੰਦਾ। ਪਰ ਥੈਂਕਫੁਲੀ ਮੇਰੀ ਜਿਹੜੀ ਫੈਮਿਲੀ ਆ ਬਹੁਤ ਜ਼ਿਆਦਾ ਸਪੋਰਟਿਵ ਆ। ਉਹਨਾਂ ਨੇ ਜੂਨ ਤੱਕ ਦਾ ਰੈਂਟ, ਗਰੋਸਰੀ ਸਭ ਖਰਚਾ ਉੱਧਰੋਂ ਭੇਜਦੇ ਰਿਹਾ ਜਦ ਤੱਕ ਮੈਨੂੰ ਜੌਬ ਨਹੀਂ ਮਿਲੀ। ਤੇ ਜਿਹੜੀ ਮੇਰੀ ਫਸਟ ਜੌਬ ਸੀਗੀ ਉਹ ਕੈਸ਼ ਜੌਬ ਸੀਗੀ। ਜਦੋਂ ਮੈਂ ਆਈ ਸੀਗੀ ਉਦੋਂ ਨਾ ਤਾਂ ਵਰਕ ਪਰਮਿਟ ਰਾਈਟ ਅਵੇ ਮਿਲਦਾ ਸੀਗਾ ਜਿਵੇਂ ਹੁਣ ਮਿਲ ਜਾਂਦਾ ਤੇ ਨਾ ਹੀ ਤੁਹਾਨੂੰ SIN ਨੰਬਰ ਜਿਹੜਾ ਸੋਸ਼ਲ ਇੰਸ਼ੋਰੈਂਸ ਨੰਬਰ ਆ ਉਹ ਮਿਲਦਾ ਸੀਗਾ। ਤੇ ਤਾਂ ਕਰਕੇ ਕੈਸ਼ ਜੌਬ ਹੀ ਆਪਸ਼ਨ ਸੀਗੀ। ਤੇ ਉੱਪਰੋਂ ਦੀ ਤੁਸੀਂ ਦੇਖਿਆ ਹੀ ਹੋਣਾ ਕਿ ਜਦੋਂ ਕੈਸ਼ ਜੌਬ 'ਤੇ ਲੱਗਦਾ ਕੋਈ ਵੀ ਤਾਂ ਉਹਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਫਾਇਦਾ ਬਹੁਤ ਉਠਾਇਆ ਜਾਂਦਾ। ਤੁਹਾਨੂੰ ਮਿਨੀਮਮ ਵੇਜ ਤੋਂ ਘੱਟ ਵੇਜ ਦਿੱਤੀ ਜਾਂਦੀ ਆ। ਤੇ ਜਿਹੜੀ ਮੇਰੀ ਪਹਿਲੀ ਜੌਬ ਸੀਗੀ ਉਹਦੇ 'ਤੇ ਮੈਂ ਫੁੱਲ ਡੇ ਕੰਮ ਕਰਦੀ ਸੀਗੀ 10 ਘੰਟੇ ਤੇ ਮੈਨੂੰ ਪੂਰੇ ਦਿਨ ਦੇ $60 ਮਿਲਦੇ ਸੀਗੇ। ਹਿਸਾਬ ਲਾ ਲਓ ਕਿ $6 ਬਣੇ ਇੱਕ ਘੰਟੇ ਦੇ, ਹੈ ਨਾ। ਤੇ ਉਹ ਮੇਰੀ ਫਸਟ ਜੌਬ ਸੀਗੀ ਜਿਹੜੀ ਕਿ ਮੈਂ ਵੀਕਐਂਡ 'ਤੇ ਕਰਦੀ ਸੀ ਮੋਸਟਲੀ ਕਿਉਂਕਿ ਵੀਕਡੇਜ਼ ਦੇ ਵਿੱਚ ਆਪਣਾ ਕਾਲਜ ਹੁੰਦਾ ਸੀਗਾ। ਤੇ ਜਿਹੜਾ ਮੇਰਾ ਕੋਰਸ ਸੀਗਾ ਉਹ ਸੀਗਾ ਕੋਆਪ ਵਾਲਾ ਕੋਰਸ। ਕੋਆਪ ਵਾਲਾ ਕੋਰਸ ਇਹ ਹੁੰਦਾ ਕਿ ਜੇ ਤੁਸੀਂ ਕੋਆਪ ਕੋਰਸ ਲਿਆ ਤਾਂ ਕਾਲਜ ਤੁਹਾਡੀ ਪਲੇਸਮੈਂਟ ਕਰਾਊਗਾ ਜੇ ਅਵੇਲੇਬਲ ਆ। ਤਾਂ ਮੇਰਾ ਜਿਹੜਾ ਕੋਰਸ ਸੀਗਾ ਇੱਥੇ ਉਹ ਮਾਈਕਰੋਬਾਇਓਲੋਜੀ ਦਾ ਸੀਗਾ। ਬੈਕ ਇੰਡੀਆ ਤੋਂ ਮੈਂ ਬੈਚਲਰਸ ਇਨ ਫਾਰਮੇਸੀ ਕੀਤੀ ਸੀਗੀ ਪਰ ਮੈਨੂੰ ਫਾਰਮੇਸੀ ਵਾਲਾ ਕੋਰਸ ਉਹ ਵਾਲੀ ਇਨਟੇਕ 'ਚ ਮਿਲਿਆ ਨਹੀਂ ਸੀਗਾ ਤਾਂ ਕਰਕੇ ਮੈਂ ਮਾਈਕਰੋਬਾਇਓਲੋਜੀ ਵਾਲਾ ਲੈ ਕੇ ਆ ਗਈ ਸੀਗੀ। ਦੂਸਰੀ ਜਿਹੜੀ ਚੀਜ਼ ਆ ਉਦੋਂ GIC ਵੀ ਨਹੀਂ ਹੁੰਦਾ ਸੀਗਾ ਜਿਵੇਂ ਹੁਣ ਡਿਪੋਜ਼ਿਟ ਕਰਾ ਦਿੰਦੇ ਆ ਤੇ ਆਪਣਾ ਜਿਹੜਾ ਖਰਚਾ ਉਹ ਆਪਾਂ ਕੱਢਦੇ ਰਹਿੰਦੇ ਆ ਉਸ ਹਿਸਾਬ ਨਾਲ, ਹੈ ਨਾ। ਮਹੀਨੇ ਦੀ ਮਹੀਨੇ ਅਲਾਟਮੈਂਟ ਮਿਲਦੀ ਆ ਹੁਣ ਸਟੂਡੈਂਟਸ ਨੂੰ। ਉਦੋਂ GIC ਵਾਲਾ ਪ੍ਰੋਗਰਾਮ ਵੀ ਨਹੀਂ ਹੁੰਦਾ ਸੀਗਾ ਤਾਂ ਹੀ ਕਰਕੇ ਘਰਦਿਆਂ ਨੂੰ ਖੁਦ ਤੋਂ ਜੂਨ ਤੱਕ ਖਰਚਾ ਭੇਜਣਾ ਪਿਆ ਜਦ ਤੱਕ ਮੈਨੂੰ ਜੌਬ ਨਹੀਂ ਮਿਲੀ ਸੀ ਜਿਵੇਂ ਕਿ ਪਹਿਲਾਂ ਦੱਸ ਕੇ ਹਟੀ ਆ। ਤੇ ਕੋਆਪ ਦੇ ਵਿੱਚ ਇਹ ਸੀਗਾ ਕਿ 2 ਸਮੈਸਟਰਸ ਕਰਨ ਤੋਂ ਬਾਅਦ ਫਿਰ ਤੁਹਾਡੀ ਕੋਆਪ ਪਲੇਸਮੈਂਟ ਹੁੰਦੀ ਆ। ਤੇ ਜਿਹੜੀ ਮੇਰੀ ਫਸਟ ਕੋਆਪ ਪਲੇਸਮੈਂਟ ਸੀਗੀ ਫਸਟ 4 ਮੰਥਸ ਦੀ ਉਹ ਅਨਪੇਡ ਸੀਗੀ। ਉਹਦੇ 'ਚ ਇਹ ਸੀਗਾ ਵੀ ਤੁਹਾਨੂੰ ਐਕਸਪੀਰੀਅੰਸ ਤਾਂ ਮਿਲੂਗਾ, ਤੁਹਾਨੂੰ ਟ੍ਰੇਨ ਤਾਂ ਕਰਨਗੇ ਜਿਹੜੀ ਤੁਹਾਡੀ ਫੀਲਡ ਜੌਬ ਹੋਊਗੀ ਕਿਉਂਕਿ ਹੁਣ ਮੈਂ ਮਾਈਕਰੋਬਾਇਓਲੋਜੀ 'ਚ ਕੋਰਸ ਕਰ ਰਹੀ ਸੀ ਤਾਂ ਮੇਰੀ ਫੀਲਡ ਜੌਬ ਮਾਈਕਰੋਬਾਇਓਲੋਜੀ ਲੈਬ 'ਚ ਹੀ ਹੋ ਸਕਦੀ ਸੀਗੀ। ਉਹ ਮਾਈਕਰੋਬਾਇਓਲੋਜੀ ਲੈਬ ਦੇ ਵਿੱਚ ਹੀ ਮੈਨੂੰ ਕੋਆਪ ਪਲੇਸਮੈਂਟ ਮਿਲੀ ਪਰ ਪਹਿਲੇ ਜਿਹੜੇ 4 ਮਹੀਨੇ ਸੀ ਉਹ ਅਨਪੇਡ ਸੀਗੇ ਤੇ ਅਨਪੇਡ ਨਾਲ ਫਿਰ ਥੋੜਾ ਖਰਚਾ ਤਾਂ ਚੱਲ ਨਹੀਂ ਸਕਦਾ ਤਾਂ ਕਰਕੇ ਫਿਰ ਮੈਂ ਉਸ ਟਾਈਮ 'ਤੇ ਜਦੋਂ ਮੇਰੀ ਕੋਆਪ ਚੱਲ ਰਹੀ ਸੀਗੀ ਮੈਂ ਰਾਤ ਨੂੰ ਪੇਪਰ ਫੈਕਟਰੀ ਦੇ ਵਿੱਚ ਕੰਮ ਕਰਦੀ ਸੀਗੀ ਜਿੱਥੇ ਕਿ ਮੈਗਜ਼ੀਨ ਵਗੈਰਾ ਬਣਦੇ ਨੇ। ਕਹਿੰਦੇ ਹੁੰਦੇ ਆ ਨਾ ਕਿ ਜੇ ਤੁਸੀਂ ਆਪ ਦਿਲ ਤੋਂ ਚੰਗੇ ਹੋ ਹੈ ਨਾ ਤਾਂ ਤੁਹਾਨੂੰ ਚੰਗੇ ਲੋਕ ਮਿਲਦੇ ਰਹਿੰਦੇ ਆ। ਉੱਥੇ ਨਾ ਮੈਂ ਇਹ ਜ਼ਰੂਰ ਮੈਂਸ਼ਨ ਕਰਨਾ ਚਾਹੂੰਗੀ, ਆਈ ਡੋਂਟ ਨੋ ਕਿ ਉਹ ਆਂਟੀ ਇਹ ਕਦੇ ਵੀਡੀਓ ਉਹ ਦੇਖਣਗੇ ਜਾਂ ਨਹੀਂ, ਪਰ ਉੱਥੇ ਮੇਰੇ ਨਾਲ ਨਾ ਇੱਕ ਸਾਊਥ ਇੰਡੀਅਨ ਆਂਟੀ ਸੀਗੇ, ਹੈ ਨਾ। ਕਿਉਂਕਿ ਮੈਂ ਦਿਨ ਦੇ ਵਿੱਚ ਕੰਮ ਕਰਨਾ ਤੇ ਰਾਤ ਨੂੰ ਕੰਮ ਕਰਨਾ ਤੇ ਨੀਂਦ ਆਉਣੀ, ਹੈ ਨਾ। ਤੇ ਜਿਹੜਾ ਪੇਪਰ ਫੈਕਟਰੀ ਦੇ ਵਿੱਚ ਕੰਮ ਸੀ ਉਹ ਇਹ ਸੀਗਾ ਕਿ ਤੁਹਾਨੂੰ ਆਪ ਦਾ ਸਲੋਟ ਮਿਲ ਜਾਂਦਾ ਬੈਲਟ 'ਤੇ ਤੇ ਜਿਹੜਾ ਤੁਹਾਡੇ ਸਲੋਟ ਵਾਲਾ ਪੇਪਰ ਆ ਉਹ ਤੁਸੀਂ ਉਹ ਟਾਈਮ 'ਤੇ ਪਾਉਂਦੇ ਜਾਣਾ ਤਾਂ ਹੀ ਜਿਹੜਾ ਉਹ ਮੈਗਜ਼ੀਨ ਆ ਉਹ ਐਂਡ 'ਤੇ ਪ੍ਰਿੰਟ ਇਕੱਠਾ ਹੋ ਕੇ ਜਿਹੜਾ ਉਹ ਨਿਕਲਦਾ ਸੀ ਤੇ ਅੱਗੇ ਜਾਂਦਾ ਸੀਗਾ। ਤੇ ਉਹ ਆਂਟੀ ਨਾ ਮੇਰੇ ਨਾਲ ਸਾਈਡ 'ਤੇ ਕੰਮ ਕਰਦੇ ਸੀ, ਹੈ ਨਾ। ਤੇ ਮੈਂ ਕਿਉਂਕਿ ਦਿਨੇ ਕੋਆਪ ਕਰਨੀ, ਹੈ ਨਾ, ਤੇ ਪਲੇਸਮੈਂਟ ਵਾਲਾ ਕੰਮ ਕਰਨਾ ਉਹ 'ਚ ਸਿੱਖਣ ਨੂੰ ਬਹੁਤ ਸੀ, ਲਰਨ ਕਰਨ ਨੂੰ ਸੀ। ਬ੍ਰੇਨ ਵੀ ਟਾਇਰਡ ਹੋਣਾ ਤੇ ਫਿਜ਼ੀਕਲੀ ਵੀ ਟਾਇਰਡ ਹੋ ਜਾਣਾ, ਹੈ ਨਾ।
ਤੇ ਉਹ ਆਂਟੀ ਨੇ ਨਾ ਕੀ ਕਰਨਾ, ਆਪਣੇ ਵੀ ਪਾ ਕੇ ਜਾਣੇ ਤੇ ਵਿੱਚ ਨਾ ਮੇਰੀ ਵੀ ਹੈਲਪ ਕਰਨੀ ਜਦੋਂ ਮੇਰੇ ਤੋਂ ਨਾ ਹੋਣਾ ਨਾ, ਉਹਨਾਂ ਨੇ, ਕਿਉਂਕਿ ਬੈਲਟ ਜਿਹੜੀ ਉਹ ਤੁਹਾਡੇ ਲਈ ਤਾਂ ਰੁਕਦੀ ਨਹੀਂ ਹੈਗੀ ਨਾ, ਉਹਨਾਂ ਨੇ ਮੇਰੇ ਲਈ ਵੀ ਪਾ ਕੇ ਜਾਣੇ। ਮੈਂ, ਜੇ ਉਹ ਆਂਟੀ ਕਦੇ ਵੀਡੀਓ ਦੇਖਣ ਨਾ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਔਰ ਤੁਹਾਡਾ ਛੋਟਾ ਜਿਹਾ ਜੈਸਚਰ ਆ ਜਿਹੜਾ ਨਾ, ਉਹ ਕਿੰਨਾ ਉਸ ਟਾਈਮ ਤੇ ਫੀਲ ਹੁੰਦਾ ਜਦੋਂ ਆਪਦਾ ਕੋਈ ਨਹੀਂ ਹੁੰਦਾ ਹੈਗਾ, ਉਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ। ਆਮ ਸੌਰੀ, ਮੈਂ ਪਹਿਲਾਂ ਹੀ ਕਿਹਾ ਸੀ ਥੋੜੀ ਇਮੋਸ਼ਨਲ ਵੀਡੀਓ ਹੈ, ਛੋਟੀ ਛੋਟੀ ਚੀਜ਼, ਕਿਉਂਕਿ ਰਿਲੇਟਿਵਸ ਹੁੰਦੇ ਆ, ਦੂਰ ਦੇ ਰਿਲੇਟਿਵਸ ਹੁੰਦੇ ਆ ਹਨਾ, ਪਰ ਇੱਕ ਵਾਰ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ ਨਾ, ਤੁਸੀਂ ਖੁਦ ਤੇ ਹੁੰਦੇ ਹੋ ਕਿ ਤੁਸੀਂ ਕਿੰਨੀ ਸਟਰਗਲ ਕਰ ਰਹੇ ਹੋ। ਕਿਸੇ ਨੂੰ, ਕਈ ਲੋਕ ਐਵੇਂ ਹੁੰਦੇ ਆ ਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਕੋਈ ਪੁੱਛਦਾ ਵੀ ਨਹੀਂ ਹੈਗਾ ਕਿ ਹਾਂ ਤੁਸੀਂ ਹੁਣ ਜ਼ਿੰਦਾ ਵੀ ਹੋ ਹੈਗੇ ਹੋ ਜਾਂ ਨਹੀਂ, ਮਤਲਬ ਤੁਹਾਡੇ ਪੇਰੈਂਟਸ ਤੋਂ ਬਿਨਾਂ ਨਹੀਂ ਪੁੱਛਦਾ। ਹਾਂ, ਕਈ ਬੱਚੇ ਇੱਦਾਂ ਦੇ ਵੀ ਆ ਜਿਨ੍ਹਾਂ ਨੂੰ, ਜਿਹੜੇ ਆਪਣੇ ਰਿਲੇਟਿਵਸ ਕੋਲ ਹੀ ਆਉਂਦੇ ਆ ਹਨਾ, ਤੇ ਉਹਨਾਂ ਨੂੰ ਰੈਂਟ ਵਗੈਰਾ, ਖਾਣ ਪੀਣ ਦੀ ਕੋਈ ਟੈਨਸ਼ਨ ਨਹੀਂ ਰਹਿੰਦੀ ਹੈਗੀ, ਉਹਨਾਂ ਦੇ ਵਧੀਆ ਰਿਲੇਟਿਵਸ ਵੀ ਹੁੰਦੇ ਆ। ਪਰ ਮੇਰੀ ਲਾਈਫ ਦੇ ਵਿੱਚ ਮੈਨੂੰ ਥੋੜੀ ਬਹੁਤ ਸਪੋਰਟ ਮਿਲੀ, ਪਰ ਆਪਦਾ ਰਸਤਾ ਜਿਹੜਾ, ਆਪਦੀ ਜਿਹੜੀ ਸਟਰਗਲ ਆ, ਉਹ ਖੁਦ ਹੀ ਕਰਨੀ ਪਈ। ਤੇ ਇਸ ਤੋਂ ਬਾਅਦ, ਇਹ ਜੌਬ ਤੋਂ ਬਾਅਦ ਫਿਰ ਸੈਕਿੰਡ ਜਿਹੜਾ ਸੀਗਾ ਸਮੈਸਟਰ, ਉਹਦੇ ਵਿੱਚ ਮੈਂ ਬੈਕ ਟੂ ਕਾਲਜ ਨਹੀਂ ਗਈ। ਸੈਕਿੰਡ ਸਮੈਸਟਰ ਦੇ ਵਿੱਚ ਮੈਨੂੰ ਉਹਨਾਂ ਨੇ ਪੇਡ ਕੋਆਪ ਦੇਤੀ ਸੀਗੀ, ਤਾਂ ਫਿਰ ਜਿਹੜੀ ਮੇਰੀ ਨਾਈਟ ਜੌਬ ਸੀ ਉਹ ਮੈਂ ਛੱਡਤੀ ਸੀ, ਕਿਉਂਕਿ ਹਰੇਕ ਵੀਕ ਦੇ 40 ਘੰਟੇ ਮਿਲ ਜਾਂਦੇ ਸੀ, ਕਈ ਵਾਰ 40 ਤੋਂ ਜ਼ਿਆਦਾ ਵੀ ਮਿਲ ਜਾਂਦੇ ਸੀ। ਪਰ ਜਿਹੜੀ ਇਹ ਜੌਬ ਸੀਗੀ, ਇਹਦੇ ਵਿੱਚ ਓਵਰ ਟਾਈਮ ਬਹੁਤ ਹੁੰਦਾ ਸੀਗਾ, ਬਹੁਤ ਲੇਟ ਤੱਕ ਕੰਮ ਕਰਨਾ ਪੈਂਦਾ ਸੀ, ਕਿਉਂਕਿ ਉਸ ਟਾਈਮ ਤੇ ਆਪਦਾ ਵਹੀਕਲ ਵੀ ਨਹੀਂ ਸੀਗਾ, ਤੇ ਰਾਤ ਨੂੰ ਕਾਫੀ ਲੇਟ ਹੋ ਜਾਂਦਾ ਸੀ ਬੱਸ ਤੇ ਆਉਣ ਦਾ। ਪਰ ਥੈਂਕਫੁਲੀ ਕਦੇ ਕੋਈ ਮਾੜਾ ਇਨਸੀਡੈਂਸ ਜਾਂ ਨਹੀਂ ਹੋਇਆ, ਬਾਬਾ ਜੀ ਨੇ ਸੇਫ ਹੀ ਰੱਖਿਆ, ਬਹੁਤ ਵਧੀਆ ਗੱਲ ਸੀਗੀ। ਸੈਕਿੰਡ ਕੋਆਪ ਤੋਂ ਬਾਅਦ ਜਿਹੜੇ 2 ਸਮੈਸਟਰ ਬਾਕੀ ਸੀਗੇ, ਉਹ ਪੂਰੇ ਕਰਨ ਦੇ ਲਈ ਕਾਲਜ ਦੇ ਵਿੱਚ ਮੈਂ ਵਾਪਸ ਆਈ। ਉਹ ਦੋਨੇ ਸਮੈਸਟਰ ਪੂਰੇ ਕੀਤੇ, ਕਿਉਂਕਿ ਜੇ ਮੈਂ ਉਹ ਨਾ ਕਰਦੀ ਤਾਂ ਵਰਕ ਪਰਮਿਟ ਇਸ਼ੂ ਹੋਣ 'ਚ ਪ੍ਰੋਬਲਮ ਹੋਣੀ ਸੀ, ਵਰਕ ਪਰਮਿਟ ਨਹੀਂ ਮਿਲਣਾ ਸੀਗਾ ਮੈਨੂੰ, ਮੇਰਾ ਕੋਰਸ ਨਹੀਂ ਪੂਰਾ ਹੋਇਆ ਸੀ ਕਿਉਂਕਿ, ਤੇ ਉਹ ਕਾਰਨ ਆਈ ਵਾਪਸ ਮੈਂ ਕਾਲਜ ਦੇ ਵਿੱਚ। ਤੇ ਨਾਲ ਜਿਹੜੀ ਕੰਪਨੀ ਸੀਗੀ, ਉਹਨਾਂ ਨੇ ਮੈਨੂੰ ਪੇਡ ਪਾਰਟ ਟਾਈਮ ਜੌਬ ਦੇਤੀ ਸੀਗੀ, ਤਾਂ ਕਰਕੇ ਫਿਰ ਮੈਂ ਕਿਤੇ ਹੋਰ ਜੌਬ ਨਹੀਂ ਕੀਤੀ, ਮਾਈਕਰੋਬਾਇਓਲੋਜੀ ਦੇ ਵਿੱਚ ਹੀ ਕੰਟੀਨਿਊ ਕੀਤਾ। ਤੇ ਜਦੋਂ ਇਹ ਵਾਲਾ ਕੋਰਸ ਤੋਂ ਮੈਂ ਗ੍ਰੈਜੂਏਟ ਹੋਈ, ਉਸ ਤੋਂ ਬਾਅਦ ਉਹੀ ਕੰਪਨੀ ਨੇ ਮੈਨੂੰ ਫੁੱਲ ਟਾਈਮ ਜੌਬ ਵੀ ਆਫਰ ਕਰਤੀ ਸੀਗੀ, ਤੇ ਉੱਥੇ ਮੈਂ ਆਪਦਾ ਜਿਹੜਾ ਐਕਸਪੀਰੀਅੰਸ ਆ, ਫੁੱਲ ਟਾਈਮ ਐਕਸਪੀਰੀਅੰਸ ਇਕੱਠਾ ਕੀਤਾ ਤੇ ਆਪਦੀ PR ਅਪਲਾਈ ਕੀਤੀ। ਤੇ ਮੈਨੂੰ ਵਧੀਆ ਜੌਬ ਮਿਲੀ ਹੋਈ ਸੀਗੀ ਆਪਾਂ ਕਹਿ ਲਈਏ, ਪਰ ਮੇਰਾ ਸ਼ੁਰੂ ਤੋਂ ਇਹ ਸੀਗਾ ਕਿ ਮੈਂ ਆਪਦਾ ਫਾਰਮੇਸੀ ਦੇ ਵਿੱਚ ਹੀ ਜਾਣਾ, ਕਿਉਂਕਿ ਮੈਂ ਬੈਚਲਰਸ ਇਨ ਫਾਰਮੇਸੀ ਇੰਡੀਆ ਤੋਂ ਕੀਤੀ ਹੋਈ ਸੀ। ਤੇ ਜਦੋਂ ਹੀ ਮੈਨੂੰ ਕਨਫਰਮ ਹੋ ਗਿਆ ਕਿ ਮੈਂ, ਹਾਂ ਮੇਰੀ PR ਜਿਹੜੀ ਆ, ਮੇਰਾ ਜਿਹੜਾ ਐਕਸਪੀਰੀਅੰਸ ਇਕੱਠਾ ਕੀਤਾ ਮੈਂ ਉਹਦੇ ਨਾਲ ਹੋ ਜੂਗੀ, ਮੈਂ ਜਦੋਂ ਆਪਦੀ ਜੌਬ ਕੁਇਟ ਕੀਤੀ। ਉਸ ਟਾਈਮ ਤੇ ਫਾਈਨੈਂਸ਼ੀਅਲ ਕੰਡੀਸ਼ਨ ਕੋਈ ਬਹੁਤੀ ਵਧੀਆ ਨਹੀਂ ਸੀ, ਕਿਉਂਕਿ ਬੇਸਿਕ ਜੌਬ ਸੀਗੀ, ਕੋਈ ਮਨੀ ਦਾ ਇਕੱਠਾ ਹੁੰਦਾ ਨਹੀਂ ਹੈ, ਜਿਹੜੀ ਜਿੰਨੀ ਕੁ ਪੇ ਆਉਂਦੀ ਆ ਉਹੀ ਖਰਚੇ ਦੇ ਵਿੱਚ ਨਿਕਲ ਜਾਂਦੀ ਆ। ਪਰ ਇਹ ਹਾਰਡ ਡਿਸੀਜ਼ਨ ਉਦੋਂ ਮੈਂ ਲਿਆ, ਕਿਉਂਕਿ ਮੈਂ ਚਾਹੁੰਦੀ ਸੀਗੀ ਕਿ ਜਿਹੜਾ ਆਪਦਾ ਏਮ ਆ ਉਹਨੂੰ ਅਚੀਵ ਕਰਾਂ ਮੈਂ। ਤੇ ਇਸ ਟਾਈਮ ਤੇ ਵੀ ਮੈਨੂੰ ਪਰਮਾਤਮਾ ਨੇ ਬਹੁਤ ਹੀ ਵਧੀਆ ਇੱਕ ਫੈਮਿਲੀ ਨਾਲ ਮਿਲਾਇਆ, ਜਿਨ੍ਹਾਂ ਨੇ ਮੈਨੂੰ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਸਪੋਰਟ ਕੀਤਾ। ਮੈਂ ਉਹਨਾਂ ਦਾ ਇਹ ਅਹਿਸਾਨ ਕਦੇ ਵੀ ਭੁੱਲ ਨਹੀਂ ਸਕੂੰਗੀ ਜ਼ਿੰਦਗੀ 'ਚ। ਸ਼ਾਇਦ ਜੇ ਉਹਨਾਂ ਦੀ ਸਪੋਰਟ ਉਸ ਟਾਈਮ ਤੇ ਨਾ ਹੁੰਦੀ ਤਾਂ ਮੈਂ ਸਕਸੈਸਫੁਲੀ ਆਪਦਾ ਜਿਹੜਾ ਐਗਜ਼ਾਮ ਆ, ਉਹਦੇ ਜਿਹੜਾ ਪ੍ਰੈਪਰੇਸ਼ਨ ਆ, ਉਹ ਨਾ ਕਰ ਪਾਉਂਦੀ। ਉਹਨਾਂ ਦੀ ਸਪੋਰਟ ਮਿਲੀ ਮੈਨੂੰ, ਉਹਨਾਂ ਤੋਂ ਮੈਂ ਮਨੀ ਬੋਰੋ ਕੀਤਾ ਤੇ ਉਹਨਾਂ ਨੂੰ ਪ੍ਰੋਮਿਸ ਕੀਤਾ ਕਿ ਜਦੋਂ ਹੀ ਮੈਨੂੰ ਜੌਬ ਮਿਲ ਜੂਗੀ, ਜਦੋਂ ਹੀ ਮੇਰੇ ਕੋਲ ਹੋਊਗਾ ਕਿ ਹਾਂ ਮੈਂ ਇਕੱਠੇ ਕਰ ਸਕਦੀ ਹਾਂ, ਮੈਂ ਜਦੇ ਤੁਹਾਨੂੰ ਵਾਪਸ ਕਰ ਦੂੰਗੀ। ਤੇ ਤੁਸੀਂ ਇਹ ਸੋਚੋ ਕਿ ਉਹ ਕੋਈ ਮੇਰੇ ਰਿਲੇਟਿਵ ਨਹੀਂ ਸੀ, ਮੈਨੂੰ ਜਾਣਦੇ ਨਹੀਂ ਸੀ ਇੰਨੀ ਚੰਗੀ ਤਰ੍ਹਾਂ, ਪਰ ਉਹਨਾਂ ਨੇ ਵਿਸ਼ਵਾਸ ਕਰਕੇ ਮੈਨੂੰ ਉਦੋਂ ਮੇਰੀ ਫਾਈਨੈਂਸ਼ੀਅਲੀ ਹੈਲਪ ਕੀਤੀ। ਤੇ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ, 14 ਘੰਟੇ ਲਾਇਬ੍ਰੇਰੀ 'ਚ ਜਾ ਕੇ ਪੜ੍ਹਦੇ ਰਹਿਣਾ ਕਿ ਹਾਂ ਐਗਜ਼ਾਮ ਜਿਹੜਾ ਉਹ ਕਲੀਅਰ ਕਰਨਾ, ਹਰ ਹਾਲਤ ਦੇ ਵਿੱਚ ਕਰਨਾ। ਤਾਂ ਇਹ ਜਿਹੜੇ ਐਗਜ਼ਾਮ ਹੁੰਦੇ ਆ ਫਾਰਮੇਸੀ ਐਗਜ਼ਾਮਿਨਿੰਗ ਬੋਰਡ ਆਫ ਕੈਨੇਡਾ ਦੇ ਐਗਜ਼ਾਮ ਹੁੰਦੇ ਆ, ਤੇ ਇਹਦੇ ਵਿੱਚ ਕੀ ਹੁੰਦਾ ਕਿ ਪਹਿਲਾਂ ਤੁਹਾਨੂੰ ਇਵੈਲੂਏਟਿੰਗ ਐਗਜ਼ਾਮ ਦੇਣਾ ਪੈਂਦਾ। ਉਹ ਜੇ ਤੁਸੀਂ ਪਾਸ ਕਰਦੇ ਹੋ, ਉਹ ਤੋਂ ਬਾਅਦ ਫਿਰ ਤੁਸੀਂ MCQ ਤੇ OSCE ਐਗਜ਼ਾਮ ਜਿਹੜੇ 2 ਨੇ ਉਹ ਦੇਣੇ ਹੁੰਦੇ ਆ। ਤੇ ਉਹ ਤੋਂ ਬਾਅਦ ਤੁਸੀਂ ਕਿਸੇ ਵੀ ਲਾਇਸੈਂਸ ਦੇ ਲਈ ਅਪਲਾਈ ਕਰ ਸਕਦੇ ਹੋ, ਕਿਸੇ ਵੀ ਪ੍ਰੋਵਿੰਸ ਦੇ ਵਿੱਚ। ਇਹ ਕੋਈ ਰਿਸਟ੍ਰਿਕਸ਼ਨ ਨਹੀਂ ਹੁੰਦੀ ਕਿ ਤੁਸੀਂ ਇੱਕ 'ਚ ਹੀ ਲੈਣਾ ਹੈ ਨਾ। ਤੇ ਹਰੇਕ ਪ੍ਰੋਵਿੰਸ ਦੇ ਅਲੱਗ-ਅਲੱਗ ਰੂਲ ਹੁੰਦੇ ਆ। ਤਾਂ ਮੈਂ ਜਨਵਰੀ ਦੇ ਵਿੱਚ ਪਹਿਲਾ ਐਗਜ਼ਾਮ ਦਿੱਤਾ, ਤੇ ਉਹ ਐਗਜ਼ਾਮ ਦੇਣ ਤੋਂ ਬਾਅਦ ਮੈਂ ਵਾਪਸ ਆਪਣੀ ਮਾਈਕਰੋਬਾਇਓਲੋਜੀ ਲੈਬ ਦੇ ਵਿੱਚ ਕੰਮ ਕਰਨ ਚਲੀ ਗਈ। ਤੇ ਜਦ ਤੱਕ ਰਿਜ਼ਲਟ ਦੀ ਵੇਟ ਸੀ, ਕਿਉਂਕਿ ਰਿਜ਼ਲਟ ਆਉਣ ਨੂੰ 1.5 ਮਹੀਨਾ ਲੱਗ ਜਾਂਦਾ,
ਤੇ ਉਹ ਤੋਂ ਬਾਅਦ ਮੇਰਾ ਰਿਜ਼ਲਟ ਆਇਆ ਤੇ ਮੈਂ ਪਾਸ ਕੀਤਾ ਉਹ ਐਗਜ਼ਾਮ। ਤੇ ਫਿਰ ਮੈਂ ਜਿਹੜੇ ਨੈਕਸਟ ਐਗਜ਼ਾਮ ਆ MCQ ਤੇ OSCE ਉਹਨਾਂ ਦੋਨਾਂ ਦੀ ਇਕੱਠਿਆਂ ਦੀ ਤਿਆਰੀ ਸ਼ੁਰੂ ਕੀਤੀ, ਫਿਰ ਦੁਬਾਰਾ ਕੰਮ ਛੱਡ ਕੇ। ਬਹੁਤ ਲੋਕਾਂ ਨੇ ਕਿਹਾ ਸੀ ਕਿ ਦੋਨੇ ਐਗਜ਼ਾਮ ਇਕੱਠੇ ਨਾ ਕਰ, ਨਹੀਂ ਹੁੰਦੇ ਲੋਕਾਂ ਦੇ, ਪਰ ਮੈਨੂੰ ਇਹ ਸੀ ਕਿ ਮੇਰੇ ਕੋਲ ਟਾਈਮ ਬਹੁਤ ਜ਼ਿਆਦਾ ਘੱਟ ਆ ਤੇ ਜੋ ਮਰਜ਼ੀ ਹੋ ਜਾਵੇ, ਆਪਣੀ ਪੂਰੀ ਬਾਹ ਲਾ ਕੇ ਦੋਨੇ ਐਗਜ਼ਾਮਾਂ ਦੀ ਤਿਆਰੀ ਕੀਤੀ ਤੇ ਐਗਜ਼ਾਮ ਦਿੱਤੇ ਵੀ। ਤੇ ਜਦੋਂ ਐਗਜ਼ਾਮ ਦੀ ਰਿਜ਼ਲਟ ਦੀ ਵੇਟ ਕਰ ਰਹੀ ਸੀਗੀ, ਉਦੋਂ ਮੈਂ ਉਸ ਟਾਈਮ ਤੇ, ਕਿਉਂਕਿ ਖਰਚਾ ਤਾਂ ਆਪਦਾ ਕੱਢਣਾ ਹੀ ਆ, ਉਸ ਟਾਈਮ ਤੇ ਉਹ ਕੰਪਨੀ 'ਚ ਨਹੀਂ ਵਾਪਸ ਜਾ ਸਕਦੀ ਸੀ ਕਿਉਂਕਿ ਬਹੁਤ ਜ਼ਿਆਦਾ ਗੈਪ ਪੈ ਗਿਆ ਸੀਗਾ। ਤੇ ਫਿਰ ਉਸ ਟਾਈਮ ਤੇ ਮੈਂ ਇੱਕ ਰੈਸਟੋਰੈਂਟ ਤੇ ਕੰਮ ਕੀਤਾ ਉਨੇ ਕੁ ਟਾਈਮ ਦੇ ਵਿੱਚ, ਤਾਂ ਕਿ ਮੈਂ ਥੋੜਾ ਬਹੁਤ ਹੋਰ ਪੈਸੇ ਇਕੱਠੇ ਕਰ ਸਕਾਂ ਆਪਦਾ ਖਰਚਾ ਚਲਾਉਣ ਵਾਸਤੇ। ਤੇ ਮੇਰਾ ਰਿਜ਼ਲਟ ਆਇਆ ਤੇ ਮੇਰੇ ਦੋਨੇ ਐਗਜ਼ਾਮ ਇਕੱਠੇ ਹੀ ਪਾਸ ਹੋ ਗਏ। ਬਹੁਤ ਬਹੁਤ ਸ਼ੁਕਰ ਆ ਪਰਮਾਤਮਾ ਦਾ ਇਹਦੇ ਲਈ ਵੀ। ਤੇ ਜਦੋਂ ਮੇਰੇ ਰਿਜ਼ਲਟ ਕਲੀਅਰ ਆਇਆ, ਪਾਸ ਹੋ ਗਏ, ਤਾਂ ਮੈਂ ਇਹ ਡਿਸਾਈਡ ਕਰਨਾ ਸੀ ਕਿ ਮੈਂ ਲਾਇਸੈਂਸ ਜਿਹੜਾ ਉਹ ਕਿੱਥੇ ਅਪਲਾਈ ਕਰਨਾ। ਹਰੇਕ ਪ੍ਰੋਵਿੰਸ ਦਾ ਅਲੱਗ-ਅਲੱਗ ਰੂਲਸ ਨੇ ਲਾਇਸੈਂਸ ਨੂੰ ਅਪਲਾਈ ਕਰਨ ਦੇ ਲਈ। ਕਿਤੇ ਤੁਹਾਨੂੰ ਕਿਸੇ ਤਰੀਕੇ ਨਾਲ ਟ੍ਰੇਨਿੰਗ ਕਰਨੀ ਪੈਂਦੀ ਹੈ, ਕਿਸੇ ਤੇ ਮੈਂ ਹਲੇ ਤੱਕ ਇੱਕ ਵਾਰ ਵੀ ਫਾਰਮੇਸੀ ਦੇ ਵਿੱਚ ਬਿਹਾਈਂਡ ਦਾ ਕਾਊਂਟਰ ਜਾ ਕੇ ਕੰਮ ਨਹੀਂ ਕੀਤਾ ਸੀਗਾ। ਮੈਨੂੰ ਕੋਈ ਆਈਡੀਆ ਨਹੀਂ ਸੀ ਵੀ ਬਿਹਾਈਂਡ ਦਾ ਕਾਊਂਟਰ ਫਾਰਮੇਸੀ 'ਚ ਕੈਨੇਡਾ ਦੇ ਵਿੱਚ ਕਿਵੇਂ ਕੰਮ ਹੁੰਦਾ, ਤੇ ਕੰਪਲੀਟਲੀ ਡਿਫਰੈਂਟ ਆ ਆਪਣੇ ਇੰਡੀਆ ਦੇ ਕੈਮਿਸਟ ਸ਼ਾਪਸ ਦੇ ਨਾਲੋਂ। ਤਾਂ ਫਿਰ ਮੈਂ ਸਾਰੇ ਪ੍ਰੋਵਿੰਸਸ ਦਾ ਸਰਚ ਕੀਤਾ ਕਿੱਥੇ ਲਾਇਸੈਂਸਿੰਗ ਈਜ਼ੀ ਆ, ਰਾਈਟ। ਫਿਰ ਮੈਨੂੰ ਸਭ ਤੋਂ ਜਿਹੜਾ ਸਹੀ ਲੱਗਿਆ ਉਹ ਸਸਕੈਚੂਨ ਦਾ ਲੱਗਿਆ। ਮੈਂ ਜਿਹੜੀ ਆਪਣੀ PR ਆ ਉਸ ਟਾਈਮ ਤੇ, ਥੈਂਕਫੁਲੀ ਮੇਰੀ ਜਿਹੜੀ PR ਆ ਉਹ ਵੀ ਆ ਗਈ ਸੀਗੀ। ਮੈਂ ਸਾਰਾ ਟਾਈਮ ਸਿਰਫ ਬਰੈਂਪਟਨ 'ਚ ਹੀ ਰਹੀ ਜਦ ਤੋਂ ਆਈ ਸੀ। ਇਨੀਸ਼ੀਅਲੀ ਸਕਾਰਬਰੋ ਰਹੀ ਸੀਗੀ ਜਦੋਂ ਕਾਲਜ ਸੀਗਾ ਉੱਥੇ, ਪਰ ਉਸ ਤੋਂ ਬਾਅਦ ਮੈਂ ਬਰੈਂਪਟਨ 'ਚ ਹੀ ਰਹੀ ਸੀਗੀ, ਟੈਰੀਓ ਤੋਂ ਬਾਹਰ ਨਹੀਂ ਗਈ ਸੀਗੀ। ਪਰ ਸਾਰਾ ਰਿਸਰਚ ਕਰਕੇ ਡਿਸਾਈਡ ਕੀਤਾ ਕਿ ਹਾਂ ਸਸਕੈਚੂਅਨ ਜਾ ਕੇ ਲਾਇਸੈਂਸ ਲੈਣਾ ਤੇ ਫਿਰ ਆਪਾਂ ਵਾਪਸ ਆ ਜਾਵਾਂਗੇ ਜੌਬ ਕਰਨ ਦੇ ਲਈ। ਪਲਾਨ ਇਨੀਸ਼ੀਅਲੀ ਇਹੀ ਸੀਗਾ। ਤੇ ਸਸਕੈਚੂਅਨ ਦਾ ਕੀ ਆ ਕਿ ਤੁਸੀਂ ਜਿਹੜੀ ਇੰਟਰਨਸ਼ਿਪ ਕਰਨੀ ਆ ਕਿਸੇ ਵੀ ਫਾਰਮੇਸੀ ਦੇ ਵਿੱਚ, ਤੁਹਾਨੂੰ ਇੱਕ ਅਸੈਸਰ ਮਿਲਦਾ ਜਿਹਦੇ ਅੰਡਰ ਤੁਸੀਂ ਕੰਮ ਕਰਨਾ, ਤੇ ਉਹ ਵੀ ਤੁਸੀਂ ਖੁਦ ਲੱਭਣਾ ਹੁੰਦਾ। ਕਾਲਜ ਵਾਲਿਆਂ ਨੇ, ਜਿਹੜਾ ਫਾਰਮੇਸੀ ਕਾਲਜ, ਉਹਨਾਂ ਦੀ ਕੋਈ ਰਿਸਪੌਂਸਿਬਿਲਿਟੀ ਨਹੀਂ ਤੁਹਾਨੂੰ ਇੰਟਰਨਸ਼ਿਪ ਲੱਭ ਕੇ ਦੇਣ ਦੀ। ਤੇ ਉਹ ਵੀ ਹੋਣੀ ਚਾਹੀਦੀ ਆ ਵੀ ਤੁਹਾਨੂੰ ਜਿਹੜਾ ਕੋਈ ਵੀ ਪੇਡ ਇੰਟਰਨਸ਼ਿਪ ਦੇਣ ਦੇ ਲਈ ਰਾਜ਼ੀ ਹੋ ਜਾਵੇ। ਪੇਡ ਇੰਟਰਨਸ਼ਿਪ ਇਹ ਆ ਕਿ ਹਾਂ ਤੁਸੀਂ ਅਗਲੇ ਲਈ ਕੰਮ ਕਰੋਗੇ ਤਾਂ ਹੀ ਕੋਈ ਰਾਜ਼ੀ ਹੋਊਗਾ, ਰਾਈਟ। ਸਸਕੈਚੂਅਨ ਕਾਲਜ ਦੇ ਕੀ ਰੂਲ ਸੀਗੇ ਕਿ ਤੁਹਾਡੀ ਜਿਹੜੀ ਇੰਟਰਨਸ਼ਿਪ ਆ ਉਹ 1 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦੀ ਹੋ ਸਕਦੀ ਆ। ਤੁਹਾਡੇ ਅਸੈਸਰ ਤੇ ਡਿਪੈਂਡ ਕਰਦਾ ਤੇ ਤੁਹਾਡੇ ਕੰਮ ਤੇ ਡਿਪੈਂਡ ਕਰਦਾ ਕਿ ਉਹ ਕਦੋਂ ਕੰਫਰਟੇਬਲ ਫੀਲ ਕਰਦੇ ਆ ਕਿ ਤੁਸੀਂ ਐਜ਼ ਅ ਫਾਰਮਾਸਿਸਟ ਖੁਦ ਆਪਦੇ ਆਪ ਇਕੱਲੇ ਕੰਮ ਕਰ ਸਕਦੇ ਹੋ, ਰਾਈਟ। ਤਾਂ ਮੈਂ ਇਹ ਰਿਸਕ ਲਿਆ, ਦੇਖਦੇ ਆ ਕੀ ਬਣਦਾ, ਰਾਈਟ, ਕਿਉਂਕਿ ਕਦੇ ਫਾਰਮੇਸੀ 'ਚ ਬਿਹਾਈਂਡ ਦਾ ਕਾਊਂਟਰ ਕੰਮ ਨਹੀਂ ਕੀਤਾ ਸੀਗਾ। ਤੇ ਰਿਸਕ ਲਿਆ, ਜੌਬ ਲੱਭੀ। ਜੌਬ ਲੱਭਣ ਦੇ ਲਈ ਵੀ, ਜੌਬ ਨਹੀਂ ਮਤਲਬ ਇੰਟਰਨਸ਼ਿਪ ਲੱਭੀ। ਇੰਟਰਨਸ਼ਿਪ ਲੱਭਣ ਦੇ ਲਈ ਵੀ ਸਾਰਾ ਜਿਹੜਾ ਸ਼ਹਿਰਾ ਤੁਰ ਕੇ ਗਾਇਆ ਸੀ ਕਿਉਂਕਿ ਰੀਸੈਂਟਲੀ ਮੂਵ ਹੋਈ ਸੀਗੀ, ਹੈ ਨਾ। ਤੇ ਇਨ ਦਾ ਮੀਨ ਟਾਈਮ ਜਦੋਂ ਮੈਂ ਇੰਟਰਨਸ਼ਿਪ ਲੱਭ ਰਹੀ ਸੀ, ਰਾਈਟ ਅਵੇ ਤਾਂ ਨਹੀਂ ਮਿਲੀ ਸੀ। ਇਨ ਦਾ ਮੀਨ ਟਾਈਮ 1.5 ਮਹੀਨੇ ਤੱਕ ਜਿਹੜੀ ਮੈਨੂੰ ਨਹੀਂ ਮਿਲੀ ਸੀ ਇੰਟਰਨਸ਼ਿਪ, ਇਨ ਦਾ ਮੀਨ ਟਾਈਮ ਮੈਂ ਜਿਹੜਾ ਬੈਸਟ ਬਾਏ ਆ ਉੱਤੇ ਕੰਮ ਕੀਤਾ ਥੋੜੇ ਟਾਈਮ ਦੇ ਲਈ। ਤੇ ਜਦੋਂ ਹੀ ਮੈਨੂੰ ਇੰਟਰਨਸ਼ਿਪ ਮਿਲੀ, ਥੈਂਕਫੁਲੀ ਰੱਬ ਨੇ ਉੱਥੇ ਵੀ ਨਾ, ਪਰਮਾਤਮਾ ਨੇ ਬਹੁਤ ਹੀ ਚੰਗੇ ਬੰਦੇ ਨਾਲ ਮੈਨੂੰ ਮਿਲਾਇਆ ਜਿਹਨੇ ਮੈਨੂੰ A ਤੋਂ Z ਤੱਕ ਕੱਲੀ ਚੀਜ਼ ਸਿਖਾਈ। ਤੇ ਬਾਕੀ ਆਪਦੇ ਹਾਰਡ ਵਰਕ ਤੇ ਹੁੰਦਾ ਨਾ ਕਿ ਆਪਾਂ ਕਿੰਨੀ ਛੇਤੀ ਸਿੱਖਦੇ ਆ, ਕਿੰਨੀ ਚੰਗੀ ਤਰ੍ਹਾਂ ਆਪਾਂ ਕਰਦੇ ਆ, ਹਨਾ। ਤੇ ਉਹਨੇ ਮੇਰੀ 1 ਮਹੀਨੇ ਦੇ ਵਿੱਚ ਇੰਟਰਨਸ਼ਿਪ ਜਿਹੜੀ ਸੀਗੀ ਉਹ ਅਪਰੂਵ ਕਰਤੀ ਕਿ ਹਾਂ ਇਹ ਕੁੜੀ ਜਿਹੜੀ ਆਪਦੇ ਆਪ 'ਚ ਕੰਮ ਇਕੱਲੀ ਫਾਰਮਾਸਿਸਟ ਕਰ ਸਕਦੀ ਆ, ਵੀ ਮੈਂ ਕੌਨਫੀਡੈਂਟ ਆ। ਉਹਨਾਂ ਨੇ ਕਾਫੀ ਕੁਝ ਹੋਰ ਪੇਪਰ ਵਰਕ ਜਿਹੜਾ ਕਾਲਜ ਵੱਲੋਂ ਫਿਲ ਕਰਨਾ ਹੁੰਦਾ। ਤੇ ਉਹ ਤੋਂ ਬਾਅਦ ਫਿਰ ਕਾਲਜ ਦਾ ਇੱਕ ਯੂਰਿਸਪ੍ਰੂਡੈਂਸ ਦਾ ਐਗਜ਼ਾਮ ਹੁੰਦਾ, ਉਹ ਦੇਣਾ ਹੁੰਦਾ। ਤੇ ਉਹ ਤੋਂ ਬਾਅਦ ਆਪਾਂ ਨੂੰ ਲਾਇਸੈਂਸ ਜਿਹੜਾ ਪ੍ਰੈਕਟਿਸ ਕਰਨ ਦਾ ਉਹ ਮਿਲ ਜਾਂਦਾ। ਉਹ ਐਗਜ਼ਾਮ ਦਿੱਤਾ ਤੇ ਲਾਇਸੈਂਸ ਮਿਲ ਗਿਆ। ਤੇ ਉਹੀ ਜਿਨ੍ਹਾਂ ਨਾਲ ਹੀ ਮੈਂ ਇੰਟਰਨਸ਼ਿਪ ਕੀਤੀ ਸੀ ਉਹਨਾਂ ਨੇ ਮੈਨੂੰ ਪਾਰਟ ਟਾਈਮ ਫਾਰਮਾਸਿਸਟ ਦੀ ਜੌਬ ਦੇ ਦਿੱਤੀ ਕਿ 1-2 ਦਿਨ ਜਿਹੜਾ, ਹੈ ਨਾ, ਉਹ ਮੈਂ ਕੰਮ ਉਹਨਾਂ ਕੋਲ ਜਿੰਨਾ ਕੁ ਵੀ ਉਹਨਾਂ ਨੂੰ ਲੋੜ ਹੁੰਦੀ ਸੀ ਉਹਨਾਂ ਕੁ ਕਰਨਾ ਸ਼ੁਰੂ ਕਰ ਲਿਆ, ਹੈ ਨਾ। ਤੇ ਇਨ ਦਾ ਮੀਨ ਟਾਈਮ ਮੈਂ ਜੌਬਸ ਲੱਭ ਰਹੀ ਸੀ। ਹੁਣ ਦੇਖੋ ਇਹ ਵੀ ਤੁਸੀਂ ਪਰਮਾਤਮਾ ਦਾ ਕਰਿਸ਼ਮਾ, ਹੈ ਨਾ। ਜੌਬਸ ਮੈਂ ਸਾਰੀਆਂ ਫਾਰਮਾਸਿਸਟ ਦੀਆਂ ਅਪਲਾਈ ਕਰ ਰਹੀ ਸੀਗੀ ਕਿਉਂਕਿ ਇਨੀਸ਼ੀਅਲ ਸੀ, ਹੈ ਨਾ, ਸ਼ੁਰੂ ਕਰਨਾ ਸੀ ਤਾਂ ਫਾਰਮਾਸਿਸਟ ਦੀ ਜੌਬ ਹੀ ਲੱਭ ਰਹੀ ਸੀ, ਪਰ ਫੁੱਲ ਟਾਈਮ ਲੱਭ ਰਹੀ ਸੀਗੀ, ਹੈ ਨਾ। ਤੇ ਮੈਂ ਇੱਕ ਜੌਬ ਦੇ ਲਈ ਅਪਲਾਈ ਕੀਤਾ, ਸੇਮ ਪ੍ਰੋਵਿੰਸ ਦੇ ਵਿੱਚ ਉਹਨਾਂ ਨੇ ਪੋਸਟ ਕੀਤੀ ਹੋਈ ਸੀ। ਤੇ ਮੈਂ ਇੰਟਰਵਿਊ ਦੇ ਲਈ ਗਈ, ਹੈ ਨਾ। ਤੇ ਜਿਹੜੀ ਉਹ ਡਿਸਟ੍ਰਿਕਟ ਮੈਨੇਜਰ ਸੀਗੀ ਉਹ ਮੇਰੇ ਇੰਟਰਵਿਊ ਤੋਂ ਬਹੁਤ ਜ਼ਿਆਦਾ ਇੰਪ੍ਰੈਸ ਹੋਈ ਕਿ ਉਹਨੇ ਮੈਨੂੰ ਸਿੱਧਾ ਫਾਰਮੇਸੀ ਮੈਨੇਜਰ ਦੀ ਜਿਹੜੀ ਪੋਜੀਸ਼ਨ ਆ ਉਹ ਆਫਰ ਕੀਤੀ।
ਤੇ ਉਹ ਜਿਹੜੀ ਪੋਜੀਸ਼ਨ ਆ ਉਹ ਮੇਰੀ ਹੁਣ ਤੱਕ ਦੀ ਹਾਈਐਸਟ ਪੇਇੰਗ ਪੋਜੀਸ਼ਨ ਮੈਂ ਕਹਿ ਸਕਦੀ ਹਾਂ ਕਿ ਹੈਗੀ ਸੀਗੀ। ਉਹਨਾਂ ਨੇ ਮੈਨੂੰ $65 ਘੰਟੇ ਦੇ ਆਫਰ ਕੀਤੇ ਤੇ ਉਹਨਾਂ ਦੀ ਕੰਪਨੀ ਨਾਲ ਮੈਂ 6 ਮਹੀਨੇ ਕੰਮ ਕੀਤਾ। ਉੱਥੋਂ ਜੌਬ ਛੱਡਣ ਦਾ ਇੱਕਦਮ ਉਹ ਡਿਫਰੈਂਟ ਪ੍ਰੋਵਿੰਸ ਦੇ ਵਿੱਚ ਮੈਂ ਗਈ, ਅਲਬਰਟਾ ਦੇ ਵਿੱਚ, ਤੇ ਉਹਨਾਂ ਨੇ ਮੇਰੇ ਲਾਇਸੈਂਸ ਦਾ ਵੀ ਪੇ ਕੀਤਾ। ਇਹ ਸਾਰੇ ਜਿਹੜਾ ਇਹ ਆਪਣੇ ਨੈਗੋਸੀਏਸ਼ਨਸ ਤੇ ਡਿਪੈਂਡ ਕਰਦਾ ਹੁੰਦਾ ਨਾ ਕਿ ਆਪਾਂ ਕਿਵੇਂ ਕਿੱਦਾਂ ਗੱਲ ਕਰਦੇ ਹਾਂ। ਇੰਟਰਵਿਊ ਤੇ ਡਿਪੈਂਡ ਕਰਦਾ ਕਿ ਉਹ ਕਿੰਨੇ ਕੁ ਇੰਪ੍ਰੈਸ ਨੇ ਤੇ ਆਪਣੇ 'ਚ ਕਿਹੜੇ ਸੌਫਟ ਸਕਿੱਲਸ ਨੇ ਤੇ ਕਿਹੜੇ ਐਕਸਪੀਰੀਅੰਸ ਵਾਲੇ ਸਕਿੱਲਸ ਨੇ, ਰਾਈਟ। ਤਾਂ ਕਿਉਂਕਿ ਜਦੋਂ ਮੈਂ ਜਿਹੜੀ ਮਾਈਕਰੋਬਾਇਓਲੋਜੀ ਆ ਉੱਥੇ ਕੰਮ ਕੀਤਾ ਸੀ, ਉੱਥੇ ਮੈਂ ਐਜ਼ ਅ ਕੋਆਪ ਸ਼ੁਰੂ ਕਰਕੇ ਇੱਕ ਕੋਆਪ ਕੋਆਰਡੀਨੇਟਰ ਬਣ ਗਈ ਸੀ ਕਿ ਜਿਹੜੇ ਨਵੇਂ ਕੋਆਪ ਆ ਰਹੇ ਸੀ ਉਹਨਾਂ ਨੂੰ ਟ੍ਰੇਨ ਕਰ ਰਹੀ ਸੀ। ਇੱਕ ਟਾਈਮ ਤੇ ਮੈਂ 15 ਬੱਚੇ ਜਿਹੜੇ ਨਵੇਂ ਆਉਂਦੇ ਸੀ ਉਹਨਾਂ ਨੂੰ ਟ੍ਰੇਨ ਕਰ ਰਹੀ ਸੀ। ਉਹ ਜਿਹੜੇ ਹੁੰਦੇ ਉਹ ਆਪਣੇ ਸੌਫਟ ਸਕਿੱਲਸ ਹੁੰਦੇ ਆ ਜਿਹੜੇ ਆਪਾਂ ਕਿਸੇ ਵੀ ਫੀਲਡ ਦੇ ਵਿੱਚ ਜਦੋਂ ਕੰਮ ਕਰਨਾ ਉੱਥੇ ਕੈਰੀ ਕਰ ਸਕਦੇ ਆ, ਰਾਈਟ। ਤਾਂ ਉਹ ਇਹ ਚੀਜ਼ ਤੋਂ ਬਹੁਤ ਜ਼ਿਆਦਾ ਇੰਟਰਸਟ ਸੀਗੀ ਕਿ ਮੈਂ ਵੱਡੀਆਂ ਟੀਮਸ ਨੂੰ ਜਿਹੜਾ ਉਹ ਟ੍ਰੇਨ ਕੀਤਾ ਹੋਇਆ, ਤੇ ਉਹਨਾਂ ਦੀ ਜਿਹੜੀ ਟੀਮ ਸੀਗੀ ਉਹ ਕਾਫੀ ਵੱਡੀ ਸੀਗੀ। ਤੇ ਉੱਥੇ ਜਾ ਕੇ ਮੇਰੇ ਕੰਮ ਤੋਂ ਬਹੁਤ ਜ਼ਿਆਦਾ ਇੰਪ੍ਰੈਸਡ ਸੀਗੀ ਉਹ, ਜਦੋਂ ਮੈਂ ਉਹਨਾਂ ਦੇ ਲਈ ਉੱਥੇ ਮੈਨੇਜਰ ਦਾ ਕੰਮ ਕੀਤਾ। ਪਰ ਕਈ ਵਾਰ ਆਪਣੀਆਂ ਲਾਈਫ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਹੁੰਦੀਆਂ ਨੇ ਉਹ ਡਿਫਰੈਂਟ ਹੁੰਦੀਆਂ ਨੇ, ਰਾਈਟ। ਤੇ ਕੁਝ ਮੈਂ ਬਹੁਤ ਜ਼ਿਆਦਾ ਇਕੱਲਾ ਵੀ ਫੀਲ ਕਰ ਰਹੀ ਸੀਗੀ ਤੇ ਹਾਲੇ ਤੱਕ ਵਾਪਸ ਜਾਣ ਦਾ ਕੋਈ ਵੀ ਹਿੱਲਾ ਨਹੀਂ ਬਣਿਆ ਸੀ ਓਨਟਾਰੀਓ। ਤੇ ਜਿਹੜੀ ਮੇਰੀ ਫੈਮਿਲੀ ਆ ਉਹ ਓਨਟਾਰੀਓ ਦੇ ਵਿੱਚ ਹੀ ਆ, ਹਲੇ ਵੀ ਓਨਟਾਰੀਓ ਦੇ ਵਿੱਚ ਆ। ਤੇ ਉਹ ਤੋਂ ਬਾਅਦ ਮੈਨੂੰ ਹੋਰ ਜੌਬ ਇੱਕ ਆਫਰ ਹੋਈ, ਉਹ ਡਿਫਰੈਂਟ ਕੰਪਨੀ ਤੋਂ। ਉਹ ਕੋਈ ਵੱਡੀ ਕਾਰਪੋਰੇਸ਼ਨ ਨਹੀਂ ਸੀਗੀ, ਪਰ ਉਹਨਾਂ ਦੀਆਂ ਜਿਹੜੀਆਂ ਵੈਲਿਊਜ਼ ਨੇ ਉਹ ਮੇਰੀਆਂ ਜਿਹੜੀਆਂ ਵੈਲਿਊਜ਼ ਨੇ ਜਾਂ ਮੇਰੀਆਂ ਜਿਹੜੀਆਂ ਪ੍ਰਾਇੋਰਟੀਜ਼ ਨੇ ਉਹਨਾਂ ਨਾਲ ਮੈਚ ਕਰਦੀਆਂ ਸੀ। ਤੇ ਕਿਉਂ ਹੁਣ ਤੱਕ ਮੈਨੂੰ 6 ਮਹੀਨੇ ਦਾ 8 ਮਹੀਨੇ ਦਾ ਮੈਨੇਜਰ ਦਾ ਐਕਸਪੀਰੀਅੰਸ ਹੋ ਗਿਆ ਸੀ, ਤਾਂ ਉਹਨਾਂ ਨੇ ਵੀ ਮੈਨੂੰ ਮੈਨੇਜਰ ਦੀ ਪੋਜੀਸ਼ਨ ਆ ਜਿਹੜੀ ਉਹ ਆਫਰ ਕੀਤੀ। ਤੇ ਉਹਦੇ ਲਈ ਮੈਂ ਦੁਬਾਰਾ ਵਾਪਸ ਸਸਕੈਚੁਅਨ ਚਲੀ ਗਈ ਉਹ ਜੌਬ ਦੇ ਲਈ। ਤੇ ਉਹ ਤੋਂ ਬਾਅਦ ਅਸੀਂ ਆਪਣੀ ਫੈਮਿਲੀ ਨਾਲ ਮੈਂ ਡਿਸਾਈਡ ਕੀਤਾ ਕਿ ਆਪਾਂ ਕਿੱਥੇ ਇਕੱਠੇ ਹੋਣਾ, ਰਾਈਟ। ਤਾਂ ਇਹ ਡਿਸੀਜਨ ਬਣਿਆ ਕਿ BC 'ਚ ਦੇਖ ਲੈਂਦੇ ਆ, ਕਿਉਂਕਿ ਬ੍ਰਿਟਿਸ਼ ਕੋਲੰਬੀਆ 'ਚ ਜਿਹੜਾ ਆਪਣਾ ਵੈਦਰ ਆ ਨਾ, ਇਹ ਆਲਮੋਸਟ ਲਾਈਕ ਸਭ ਤੋਂ ਜ਼ਿਆਦਾ ਘੱਟ ਠੰਡ ਜਿਹੜੀ ਆ ਉਹ ਬ੍ਰਿਟਿਸ਼ ਕੋਲੰਬੀਆ 'ਚ ਪੈਂਦੀ ਆ। ਤਾਂ ਮੇਰੇ ਬ੍ਰਦਰ ਨੂੰ ਵੀ ਸ਼ੁਰੂ ਤੋਂ ਇਹ ਸੀਗਾ ਕਿ ਹਾਂ ਉੱਥੇ ਮੂਵ ਹੋਣਾ, ਰਾਈਟ। ਤਾਂ ਮੈਂ ਇਹੀ ਕੰਪਨੀ ਦੇ ਅੰਦਰ ਹੈ ਨਾ, ਤੇ ਉਹਨਾਂ ਨੂੰ ਕੁਝ ਇੱਥੇ ਉਹਨਾਂ ਨੇ ਨਵਾਂ ਸਟੋਰ ਲਿਆ ਸੀ ਤੇ ਉਹਨਾਂ ਨੇ ਮੇਰੀ ਕੈਪੇਬਿਲਿਟੀ ਆਪਦਾ ਜਿਹੜਾ ਪਹਿਲਾ ਸਟੋਰ ਉੱਥੇ ਦੇਖੀ, ਉਹਨਾਂ ਨੇ ਮੈਨੂੰ ਇਹ ਜੌਬ ਆਫਰ ਕੀਤੀ। ਤੇ ਉਸੇ ਟਾਈਮ ਤੇ ਮੈਂ ਫੈਮਿਲੀ ਨਾਲ ਗੱਲ ਕੀਤੀ, ਉਹਨਾਂ ਨੂੰ ਕਿਹਾ ਕਿ ਹਾਂ ਜੇ ਤੁਸੀਂ ਚਾਹੁੰਦੇ ਆਪਾਂ ਇੱਥੇ ਇਕੱਠੇ ਹੋ ਸਕਦੇ ਆ, ਇੰਸਟੈਡ ਆਫ ਕਿ ਮੈਂ ਹੁਣ ਨਵੀਂ ਕੰਪਨੀ ਲੱਭ ਕੇ ਓਨਟਾਰੀਓ ਜਾਵਾਂ। ਕਿਉਂਕਿ ਜਿਹੜੀ ਇਹ ਕੰਪਨੀ ਹੈ ਜਿਹਨਾਂ ਨਾਲ ਮੈਂ ਹੁਣ ਕੰਮ ਕਰ ਰਹੀ ਹਾਂ ਇਹ ਸਿਰਫ ਵੈਸਟਰਨ ਕੈਨੇਡਾ ਦੇ ਵਿੱਚ ਨੇ, ਇਹ ਈਸਟਰਨ ਸਾਈਡ ਤੇ ਨਹੀਂ ਹੈਗੇ, ਰਾਈਟ। ਤਾਂ ਫਿਰ ਮੈਂ ਉੱਥੋਂ ਸੇਮ ਕੰਪਨੀ ਦੇ ਅੰਡਰ ਜਿਹੜਾ ਉਹ ਬ੍ਰਿਟਿਸ਼ ਕੋਲੰਬੀਆ 'ਚ ਮੂਵ ਹੋਈ। ਤੇ ਮੈਂ ਇਸ ਟਾਈਮ ਤੇ ਜਿਹੜਾ ਸਭ ਤੋਂ ਬਿਊਟੀਫੁਲ ਪਲੇਸ ਆ ਓਕਨਾਗਨ ਵੈਲੀ ਉਹਦੇ 'ਚ ਰਹਿ ਰਹੀ ਹਾਂ। ਜਿਹੜੀ ਮੇਰੀ ਫੈਮਿਲੀ ਆ ਉਹਨਾਂ ਦਾ ਮੂਵ ਹੋਣ ਦਾ ਹਾਲੇ ਤੱਕ ਨਹੀਂ ਬਣਿਆ ਕਿਉਂਕਿ ਕਰੋਨਾ ਵਾਇਰਸ ਕਰਕੇ ਸਾਰਾ ਕੁਝ ਸਟਾਪ ਹੋ ਗਿਆ, ਰਾਈਟ। ਹਾਂ ਮੈਂ ਕਹਿ ਸਕਦੀ ਹਾਂ ਕਿ ਇੱਥੇ ਮੈਨੂੰ ਉਨੀ ਪੇ ਨਹੀਂ ਮਿਲ ਰਹੀ ਜਿੰਨੀ ਮੈਨੂੰ ਉਹ ਕੰਪਨੀ 'ਚ ਮਿਲਦੀ ਸੀ ਜਦੋਂ ਮੈਂ ਦੂਸਰੀ ਕੰਪਨੀ 'ਚ ਕੰਮ ਕੀਤਾ ਸੀ। ਪਰ ਇਹਨਾਂ ਦੀਆਂ ਜਿਹੜੀਆਂ ਵੈਲਿਊਜ਼ ਨੇ ਉਹ ਮੱਚ ਬੈਟਰ ਨੇ ਦੈਨ ਅਦਰ ਕੰਪਨੀ, ਸਪੈਸ਼ਲੀ ਜਦੋਂ ਵੱਡੀਆਂ ਕਾਰਪੋਰੇਸ਼ਨਸ ਹੁੰਦੀਆਂ ਨੇ ਉਹ ਤੁਹਾਨੂੰ ਐਜ਼ ਅ ਹਿਊਮਨ ਵੈਲਿਊ ਨਹੀਂ ਕਰਦੀਆਂ ਹੈਗੀਆਂ। ਜਿਹੜੀਆਂ ਇਹ ਵਾਲੀ ਕਾਰਪੋਰੇਸ਼ਨਾਂ ਐਜ਼ ਅ ਹਿਊਮਨ ਵੈਲਿਊ ਤੁਹਾਨੂੰ ਕਰਦੀ ਆ, ਤੇ ਉਹ ਚੀਜ਼ ਮੇਰੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ। ਮੈਂ ਇਹ ਕਹਿਣਾ ਚਾਹੂੰਗੀ ਕਿ ਜਦੋਂ ਤੁਸੀਂ ਕਿਸੇ ਲਈ ਵੀ ਕੰਮ ਕਰਦੇ ਹੋ ਤਾਂ ਇਕੱਲਾ ਪੈਸਾ ਨਾ ਦੇਖੋ, ਤੁਸੀਂ ਇਹ ਵੀ ਦੇਖੋ ਕਿ ਹਾਂ ਤੁਹਾਨੂੰ ਕੋਈ ਆਪਦੀ ਜਿਹੜੀ ਪਰਸਨਲ ਸੈਟਿਸਫੈਕਸ਼ਨ ਆ ਉਹ ਮਿਲਦੀ ਆ ਜਾਂ ਨਹੀਂ ਮਿਲਦੀ। ਇਹ ਕਹਿ ਕੇ ਮੈਂ ਇਹ ਵੀਡੀਓ ਆ ਜਿਹੜੀ ਉਹ ਬੰਦ ਕਰਨਾ ਚਾਹੂੰਗੀ। ਮੈਂ ਆਪਣੀ ਹੁਣ ਤੱਕ ਦੀ ਜਿਹੜੀ ਸਾਰੀ ਜਰਨੀ ਆ ਜੌਬ ਦੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਆ। ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਨੀਚੇ ਜ਼ਰੂਰ ਦੱਸਿਓ ਕਿ ਤੁਸੀਂ ਇਸ ਤੋਂ ਕੀ ਸਿੱਖਿਆ। ਜੇ ਤੁਹਾਨੂੰ ਕੋਈ ਵੀ ਗਾਈਡੈਂਸ ਚਾਹੀਦੀ ਆ ਕੈਨੇਡਾ ਨਾਲ ਰਿਲੇਟਡ, ਆਪਦੇ ਜਿਹੜੇ ਕੁਐਸਚਨਸ ਨੇ ਉਹ ਮੈਨੂੰ ਨੀਚੇ ਦੱਸ ਸਕਦੇ ਹੋ, ਤੁਸੀਂ ਪੁੱਛ ਸਕਦੇ ਹੋ ਤੁਸੀਂ ਮੈਨੂੰ ਕੁਐਸਚਨ। ਕਿਉਂਕਿ ਹੁਣ 9 ਸਾਲ ਹੋ ਗਿਆ ਕੈਨੇਡਾ 'ਚ ਆਈ ਨੂੰ, ਬਹੁਤ ਕੁਝ ਸਿੱਖਿਆ। ਕਿਹੜੇ ਪ੍ਰੋਵਿੰਸ ਦੇ ਵਿੱਚ ਕਿਵੇਂ ਦੇ ਖਰਚੇ ਨੇ, ਕਿਹੜੇ ਪ੍ਰੋਵਿੰਸ ਦੇ ਵਿੱਚ ਕਿਹੜੀ ਚੀਜ਼ ਬੈਟਰ ਆ, ਉਹ ਸਾਰਾ ਕੁਝ ਵੀ ਪਤਾ। ਤੇ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਈ ਤੁਸੀਂ ਫਸਟ ਹੈਂਡ ਐਕਸਪੀਰੀਅੰਸ ਆ ਮੇਰਾ, ਤੁਸੀਂ ਮੈਨੂੰ ਪੁੱਛ ਸਕਦੇ ਹੋ। ਜਿਹੜੀ ਵੀ ਇਨਫੋਰਮੇਸ਼ਨ ਮੈਂ ਤੁਹਾਨੂੰ ਦਊਂਗੀ ਆਪਦੇ ਪਰਸਨਲ ਐਕਸਪੀਰੀਅੰਸ ਤੋਂ ਦਊਂਗੀ। ਕੋਈ ਵੀ ਇਨਫੋਰਮੇਸ਼ਨ ਜਿਹਦੀ ਤੁਹਾਡੇ ਲਈ ਕੋਈ ਵੈਲਿਊ ਨਹੀਂ ਹੋਊਗੀ ਉਹ ਕਦੇ ਵੀ ਮੇਰੇ ਤੋਂ ਤੁਹਾਨੂੰ ਨਹੀਂ ਮਿਲੂਗੀ। ਸਭ ਤੋਂ ਸਹੀ ਇਨਫੋਰਮੇਸ਼ਨ ਮੈਂ ਤੁਹਾਨੂੰ ਦਊਂਗੀ। ਚਾਹੇ ਤੁਹਾਡਾ ਕੋਈ ਹੈਲਥ ਰਿਲੇਟਡ ਕੁਐਸਚਨ ਵੀ ਆ, ਇੱਥੇ ਹੈਲਥ ਬੈਨੀਫਿਟ ਵਗੈਰਾ ਕਿਵੇਂ ਹੁੰਦੇ ਨੇ, ਉਹ ਸਾਰਾ ਕੁਝ ਵੀ ਤੁਸੀਂ ਮੈਨੂੰ ਪੁੱਛ ਸਕਦੇ ਹੋ। ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਆਪਣੇ ਫਰੈਂਡਸ ਤੇ ਫੈਮਿਲੀ ਨਾਲ ਸ਼ੇਅਰ ਜ਼ਰੂਰ ਕਰਿਓ। ਤੇ ਨੈਕਸਟ ਵੀਡੀਓ ਤੱਕ ਲਈ ਸਤਿ ਸ਼੍ਰੀ ਅਕਾਲ। ਨੈਕਸਟ ਵੀਡੀਓ 'ਚ ਮਿਲਦੇ ਹਾਂ ਜੀ ਆਪਾਂ ਫਿਰ।